जी रजे, welcome in online classes of indirect tax. Before it, we have completed our topics up to registration, and now we'll discuss about supply under GST. रजे, as we have previously discussed कि जो GST है वो ਆਪਾਂ किस चीज़ ਦੇ ਉੱਤੇ ਲੈਵੀ ਕਰਦੇ ਹਾਂ, ਸਪਲਾਈ ਦੇ ਉੱਤੇ। ਕਿਉਂਕਿ ਜਦੋਂ ਵੀ ਕਿਸੇ ਚੀਜ਼ ਨੂੰ ਕੋਈ ਵੀ ਗੁੱਡ ਹੈ, ਕੋਈ ਪ੍ਰੋਡਕਟ ਹੈ, ਉਹਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਟਰਾਂਸਫਰ ਕੀਤਾ ਜਾਂਦਾ ਤਾਂ ਉਹਦੇ ਲਈ ਦੋ ਐਕਟੀਵਿਟੀਜ਼ ਹੁੰਦੀਆਂ ਨੇ। ਇੱਕ ਹੁੰਦੀ ਹੈ ਉਸ ਚੀਜ਼ ਦੀ ਸਪਲਾਈ ਅਤੇ ਦੂਸਰੀ ਹੁੰਦੀ ਹੈ ਉਸ ਚੀਜ਼ ਦੀ ਸੇਲ। ਤਾਂ ਕਈ ਕੇਸਿਸ ਦੇ ਵਿੱਚ ਰਜੇ ਆਪਾਂ ਕੀ ਕਰਦੇ ਹਾਂ ਕਿ ਦੋਵੇਂ ਹੀ ਚੀਜ਼ਾਂ ਨੂੰ ਸੇਮ ਹੀ ਡੀਲ ਕਰਦੇ ਹਾਂ। ਠੀਕ ਹੈ ਕਿ ਜੋ ਸਪਲਾਈ ਹੈ ਤੁਹਾਡੀ ਅਤੇ ਜੋ ਤੁਹਾਡਾ ਸੇਲ ਹੈ, ਬਟ ਦੋਵੇਂ ਹੀ ਚੀਜ਼ਾਂ ਨੇ ਜਿਹੜੀਆਂ ਡਿਫਰੈਂਟ ਹੁੰਦੀਆਂ ਨੇ ਇੱਕ ਦੂਸਰੇ ਤੋਂ। ਕਿਉਂਕਿ ਸਪਲਾਈ ਆਪਾਂ ਕਿਸ ਚੀਜ਼ ਨੂੰ ਬੋਲਾਂਗੇ ਕਿ ਜਦੋਂ ਇੱਕ ਚੀਜ਼ ਕਿਸੇ ਦੂਸਰੀ ਜਗ੍ਹਾ ਦੇ ਉੱਤੇ ਟਰਾਂਸਫਰ ਹੋ ਰਹੀ ਹੈ, ਫਿਰ ਬੇਸ਼ੱਕ ਉਹ ਕੀ ਹੋਵੇ, ਬ੍ਰਾਂਚ ਟਰਾਂਸਫਰ ਹੋਵੇ ਜਾਂ ਫਿਰ ਕੀ ਹੈ ਜੀ ਵਿਦਿਨ ਤੁਸੀਂ ਆਪਣੀ ਕੰਪਨੀ ਦੇ ਮਤਲਬ ਕੀ ਹੈ ਜੋ ਸੈਕਿੰਡ ਕੋਈ ਪਲੇਸ ਹੈ, ਠੀਕ ਹੈ, ਉੱਥੇ ਤੁਸੀਂ ਕੋਈ ਚੀਜ਼ ਨੂੰ ਟਰਾਂਸਫਰ ਕਰ ਰਹੇ ਹੋ। ਬਟ ਜੇ ਆਪਾਂ ਸੇਲ ਦੀ ਗੱਲ ਕਰੀਏ ਤਾਂ ਜੇ ਸੇਲ ਹੈ ਜੋ ਹਮੇਸ਼ਾ ਉਹ ਕੀ ਹੁੰਦੀ ਆ, ਆਊਟਸਾਈਡਰਸ ਨੂੰ ਹੁੰਦੀ ਹੈ। ਇੱਕ ਕੰਪਨੀ ਖੁਦ ਨੂੰ ਤਾਂ ਸੇਲ ਕਰ ਨਹੀਂ ਸਕਦੀ ਕੋਈ ਪ੍ਰੋਡਕਟ, ਸੋ ਕੀ ਕਰਦੀ ਹੈ ਕਿ ਜੋ ਆਊਟਸਾਈਡਰਸ ਨੇ ਉਹਨਾਂ ਨੂੰ ਹੀ ਜਿਹੜੀ ਕੋਈ ਸੇਲ ਹੈ ਉਹ ਕੀਤੀ ਜਾਂਦੀ ਹੈ। ਸੋ ਇਟਸ ਅ ਬੇਸਿਕ ਡਿਫਰੈਂਸ ਬਿਟਵੀਨ ਦ ਟੂ ਟਰਮਸ, ਸੇਲ ਐਂਡ ਸਪਲਾਈ। ਸੋ ਫॉर योर ਰਿਮੈਂਬਰੈਂਸ ਆਈ ਵਾਂਟ ਟੂ ਕਲੀਅਰ ਯੂ ਦੈਟ ਕਿ GST ਕਿਸ ਚੀਜ਼ ਦੇ ਉੱਤੇ ਲੈਵੀ ਕੀਤਾ ਜਾਂਦਾ ਹੈ, ਸਪਲਾਈ ਦੇ ਉੱਤੇ। ਅਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਰਜੇ ਕਨਸੈਪਟ ਆਫ ਸਪਲਾਈ। ਤਾਂ ਸਪਲਾਈ ਕੀ ਹੁੰਦਾ ਰਜੇ ਕਿ ਜਦੋਂ ਕਿਸੇ ਚੀਜ਼ ਨੂੰ ਟਰਾਂਸਫਰ ਕੀਤਾ ਜਾਂਦਾ ਫਰੋਮ ਵਨ ਪਲੇਸ ਟੂ ਅਨਦਰ ਪਲੇਸ, ਸੋ ਦੈਟ ਕਿ ਉਸ ਚੀਜ਼ ਦੇ ਉੱਤੇ ਜਿਹੜੀ ਟੈਕਸੇਸ਼ਨ ਹੈ ਉਹ ਈਜ਼ੀ ਢੰਗ ਦੇ ਨਾਲ ਕੀਤੀ ਜਾਵੇ। ਤਾਂ ਇਸ ਦੇ ਲਈ ਅਲੱਗ-ਅਲੱਗ ਸੈਕਸ਼ਨਸ ਦੇ ਅੰਡਰ ਇਸ ਸਪਲਾਈ ਨੂੰ ਡੀਲ ਕੀਤਾ ਜਾਂਦਾ। ਜਿਵੇਂ ਸੈਕਸ਼ਨ 7 ਹੈ ਉਹ ਕਿਸ ਚੀਜ਼ ਨਾਲ ਡੀਲ ਕਰਦਾ, ਮੀਨਿੰਗ ਐਂਡ ਸਕੋਪ ਆਫ ਸਪਲਾਈ, ਕਿ ਸਪਲਾਈ ਦੇ ਸਕੋਪ ਦੇ ਵਿੱਚ ਕੀ ਕੁਛ ਹੈ ਜਿਹੜਾ ਉਹ ਆਉਣਾ ਹੈ। ਸੈਕਸ਼ਨ 8 ਹੈ ਰਜੇ ਉਹ ਹੈਗਾ ਟੈਕਸੇਬਿਲਿਟੀ ਆਫ ਕੰਪੋਜ਼ਿਟ ਐਂਡ ਮਿਕਸਡ ਸਪਲਾਈਜ਼। ਤਾਂ ਇਹ ਚੀਜ਼ ਤੁਸੀਂ ਬੇਸਿਕ ਡੈਫੀਨੇਸ਼ਨਸ ਦੇ ਵਿੱਚ ਵੀ ਕਲੀਅਰ ਕਰ ਚੁੱਕੀ ਹਾਂ ਮੈਂ ਤੁਹਾਨੂੰ ਕਿ ਜੋ ਕੰਪੋਜ਼ਿਟ ਅਤੇ ਆਪਣੀ ਮਿਕਸਡ ਸਪਲਾਈ ਉਸ ਦੇ ਵਿੱਚ ਕੀ ਡਿਫਰੈਂਸ ਹੁੰਦਾ। ਤਾਂ ਰਜੇ ਜੋ ਮਿਕਸਡ ਸਪਲਾਈ ਹੁੰਦੀ ਹੈ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਇੱਕ ਤੋਂ ਵੱਧ ਜਿਹੜੀਆਂ ਆਈਟਮਸ ਨੇ ਉਹਨਾਂ ਦੀ ਸਪਲਾਈ ਹੈ ਜਿਹੜੀ ਇੱਕ ਬੰਡਲ ਦੇ ਵਿੱਚ ਕੀਤੀ ਜਾਂਦੀ ਹੈ। ਜਿਵੇਂ ਫੋਰ ਐਗਜ਼ਾਮਪਲ ਤੁਸੀਂ ਕੈਂਡੀਜ਼ ਵਗੈਰਾ ਦੀ ਸਪਲਾਈ ਲਗਾ ਲਓ, ਹੈ ਨਾ, ਕੋਈ ਹੋਰ ਜੋ ਮਤਲਬ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹਨਾਂ ਨੂੰ ਬੰਡਲ ਫੋਰਮ ਦੇ ਵਿੱਚ ਕੀ ਕੀਤਾ ਜਾਂਦਾ, ਸੇਲ ਹੈ ਜਾਂ ਉਸ ਦੀ ਸਪਲਾਈ ਹੈ ਉਹ ਕੀਤੀ ਜਾਂਦੀ ਹੈ। ਅਤੇ ਦੂਸਰੇ ਹੁੰਦੇ ਨੇ ਰਜੇ ਕੰਪੋਜ਼ਿਟ ਸਪਲਾਈ। ਕੰਪੋਜ਼ਿਟ ਸਪਲਾਈ ਦੇ ਵਿੱਚ ਕੀ ਹੁੰਦਾ ਰਜੇ, ਇੱਕ ਹੁੰਦੀ ਹੈ ਪ੍ਰਿੰਸੀਪਲ ਸਪਲਾਈ ਜਿਹੜੀ ਮੇਨ ਚੀਜ਼ ਦੀ ਸਪਲਾਈ ਹੋਣੀ ਹੈ, ਅਤੇ ਉਸ ਦੇ ਨਾਲ ਜਿਹੜੀਆਂ ਹੋਰ ਜ਼ਰੂਰੀ ਚੀਜ਼ਾਂ ਨੇ ਆਪਾਂ ਉਸ ਦੇ ਨਾਲ ਕੀ ਕਰ ਦਿੰਦੇ ਹਾਂ, ਐਡ ਕਰ ਦਿੰਦੇ ਹਾਂ, ਉਹਨਾਂ ਨੂੰ ਬੋਲਿਆ ਜਾਂਦਾ ਕੰਪੋਜ਼ਿਟ ਸਪਲਾਈ। ਆਫਟਰ ਦੈਟ ਹੈ ਰਜੇ ਸ਼ੈਡਿਊਲ 1 ਦੇ ਵਿੱਚ ਆਪਾਂ ਡੀਲ ਕਰਦੇ ਹਾਂ ਮੈਟਰਸ ਟੂ ਬੀ ਟ੍ਰੀਟਡ ਐਜ਼ ਸਪਲਾਈ ਇਵਨ ਇਫ ਮੇਡ ਵਿਦਾਊਟ ਕੰਸੀਡਰੇਸ਼ਨ। ਕਹਿੰਦੇ ਚਾਹੇ ਕਈ ਇਹੋ ਜਿਹੇ ਮੈਟਰ ਹੁੰਦੇ ਨੇ, ਕੋਈ ਇਹੋ ਜਿਹਾ ਕੇਸ ਹੁੰਦਾ ਜਿੱਥੇ ਤੁਹਾਨੂੰ ਕੀ ਹੈ ਕੋਈ ਕੰਸੀਡਰੇਸ਼ਨ ਨਹੀਂ ਪੇ ਕੀਤਾ ਗਿਆ। ਜਿਵੇਂ ਹੁਣ ਆਪਾਂ ਨੇ ਹੁਣੇ ਹੀ ਗੱਲ ਕੀਤੀ ਹੈ ਕਿ ਇੱਕ ਕੰਪਨੀ ਦੇ ਵਿੱਚ ਜਦੋਂ ਰਜੇ ਕੀ ਕਰਦੇ ਹਾਂ ਕਿ ਜਿਹੜੀ ਤੁਹਾਡੀ ਸਪਲਾਈ ਹੈ ਉਹ ਉਸਦੀ ਬ੍ਰਾਂਚ ਨੂੰ ਹੋ ਰਹੀ ਹੈ, ਤਾਂ ਇਸ ਕੇਸ ਦੇ ਵਿੱਚ ਕੀ ਹੋਊਗਾ ਕਿ ਕੋਈ ਕੰਸੀਡਰੇਸ਼ਨ ਤਾਂ ਪੇ ਕੀਤਾ ਨਹੀਂ ਜਾ ਰਿਹਾ, ਬਟ ਫਿਰ ਵੀ ਆਪਾਂ ਇਸ ਨੂੰ ਕਿਸ ਦੇ ਏਰੀਆ ਦੇ ਵਿੱਚ ਲੈਂਦੇ ਹਾਂ, ਸਪਲਾਈ ਦੇ ਅੰਡਰ। ਸੈਕਿੰਡ ਹੈ ਰਜੇ ਸ਼ੈਡਿਊਲ 2 ਦੇ ਵਿੱਚ ਮੈਟਰਸ ਟੂ ਬੀ ਟ੍ਰੀਟਡ ਐਜ਼ ਸਪਲਾਈ ਆਫ ਗੁਡਸ ਐਂਡ ਸਪਲਾਈ ਆਫ services, same case अपना बिल्कुल normal case। and in third schedule we discuss about matters or transactions which shall be treated neither as supply nor supply of services। ਨਾ ਹੀ ਉਹਨਾਂ ਨੂੰ ਗੁੱਡਸ ਦੀ ਸਪਲਾਈ ਮੰਨਿਆ ਜਾਂਦਾ ਅਤੇ ਨਾ ਹੀ ਉਹਨਾਂ ਨੂੰ ਸਰਵਿਸ ਦੀ ਸਪਲਾਈ ਮੰਨਿਆ ਜਾਂਦਾ। ਹੁਣ ਇਸ ਦੇ ਵਿੱਚ ਆਪਣੇ ਕੋਲ ਕੀ 3 ਸ਼ੈਡਿਊਲਸ ਆ ਗਏ। ਤਾਂ ਪਹਿਲੇ ਦੇ ਵਿੱਚ ਕੀ ਹੈ ਰਜੇ ਕਿ ਜਦੋਂ ਵਿਦਾਊਟ ਕੰਸੀਡਰੇਸ਼ਨ ਕੋਈ ਸਪਲਾਈ ਹੋ ਰਹੀ ਹੈ, ਅਤੇ ਦੂਸਰੇ ਕੇਸ ਦੇ ਵਿੱਚ ਕੀ ਹੈ ਰਜੇ ਕਿ ਜਦੋਂ ਕੁਛ ਮੈਟਰਸ ਨੂੰ ਸਪਲਾਈ ਟਰੀਟ ਕਰਦੇ ਹਾਂ। ਤੀਸਰੇ ਦੇ ਵਿੱਚ ਆ ਜਾਂਦੀ ਆਪਣੀ ਨੈਗੇਟਿਵ ਲਿਸਟ ਜਿੱਥੇ ਸਪਲਾਈ ਕਿਸੇ ਵੀ ਗੁੱਡਸ ਜਾਂ ਸਰਵਿਸਿਜ਼ ਦੀ ਹੋਈ ਨਹੀਂ ਮੰਨੀ ਜਾਂਦੀ। ਅਤੇ ਸਭ ਤੋਂ ਪਹਿਲਾਂ ਰਜੇ ਆਪਾਂ ਡਿਸਕਸ ਕਰਨ ਲੱਗੇ ਆਂਗੇ ਰੈਲੀਵੈਂਟ ਟਰਮਸ ਨੇ ਕੁਛ, ਜਿਵੇਂ ਗੁੱਡਸ ਕੀ ਨੇ, ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਪਰਟੀ ਹੋ ਸਕਦੀ ਹੈ, ਠੀਕ ਹੈ, ਜਿਸ ਤਰ੍ਹਾਂ ਕੋਈ ਆਪਣੇ ਐਕਸ਼ਨੇਬਲ ਕਲੇਮ ਹੋ ਸਕਦੇ ਨੇ, ਕ੍ਰੌਪਸ ਹੋ ਸਕਦੀਆਂ ਨੇ, ਠੀਕ ਹੈ, ਅਤੇ ਇਸ ਤੋਂ ਇਲਾਵਾ ਕੋਈ ਹੋਰ ਆਪਣਾ ਸਟਾਕ ਇਨ ਟਰੇਡ ਹੋ ਸਕਦਾ। ਅਤੇ ਸਰਵਿਸਿਜ਼ ਮੀਨਸ ਜਿਨ੍ਹਾਂ ਨੂੰ ਆਪਾਂ ਕੀ ਹੈ ਜਿਵੇਂ ਮੋਨੀਟਰੀ ਸਰਵਿਸਿਜ਼ ਹੋ ਗਈਆਂ, ਜੇ ਸਿਕਿਉਰਿਟੀਜ਼ ਵਗੈਰਾ ਦੀਆਂ ਸਰਵਿਸਿਜ਼ ਹੋ ਗਈਆਂ, ਕਿ ਜਦੋਂ ਕੁਛ ਨਾ ਕੁਛ ਜਿਹੜੇ ਮੋਨੀਟਰੀ ਫੋਰਮ ਦੇ ਵਿੱਚ ਕੋਈ ਕੰਸੀਡਰੇਸ਼ਨ ਹੈ ਪੇ ਕੀਤਾ ਜਾਂਦਾ ਕਿਸੇ ਵੀ ਸਰਵਿਸਿਜ਼ ਨੂੰ ਲੈਣ ਦੇ ਵਾਸਤੇ, ਠੀਕ ਹੈ, ਮਤਲਬ ਕੋਈ ਗੁੱਡਸ ਹੈ ਟਰਾਂਸਫਰਿੰਗ ਨਹੀਂ ਹੋ ਰਹੀ, ਕੋਈ ਨਾ ਕੋਈ ਸਰਵਿਸ ਹੈ ਜੋ ਵਨ ਪਰਸਨ ਟੂ ਅਨਦਰ ਪਰਸਨ ਉਹ ਟਰਾਂਸਫਰ ਹੋ ਰਹੀ ਹੈ।
ਤੇ ਥਰਡ ਹੈ ਰਾਜੇ ਸਪਲਾਇਰ। ਸਪਲਾਇਰ ਇਜ਼ ਅ ਪਰਸਨ ਹੂ ਇਜ਼ ਸਪਲਾਈਂਗ ਸੈਟ ਗੁੱਡਸ ਐਂਡ ਸਰਵਿਸਿਜ਼। ਜੋ ਪਰਸਨ ਤੁਹਾਨੂੰ ਗੁੱਡਸ ਤੇ ਸਰਵਿਸਿਜ਼ ਨੂੰ ਸਪਲਾਈ ਕਰਦਾ ਹੈ, ਠੀਕ ਹੈ, ਉਹ ਕੀ ਹੋਊਗਾ ਤੁਹਾਡਾ ਸਪਲਾਇਰ ਹੋਊਗਾ। ਫੋਰ ਟਰਮ ਹੈ ਰੈਸੀਪੀਐਂਟ। ਰੈਸੀਪੀਐਂਟ ਕੌਣ ਹੋਊਗਾ? ਜਿਹੜਾ ਪਰਸਨ ਉਹਨਾਂ ਸਰਵਿਸਿਜ਼ ਨੂੰ ਰਿਸੀਵ ਕਰ ਰਿਹਾ, ਠੀਕ ਹੈ, ਕੋਈ ਕੰਜ਼ਿਊਮਰ ਹੋ ਸਕਦਾ, ਕੋਈ ਕੰਪਨੀ ਹੋ ਸਕਦੀ ਹੈ। ਤਾਂ ਇਸ ਤੋਂ ਇਲਾਵਾ ਰਾਜੇ ਰੈਸੀਪੀਐਂਟਸ ਦੇ ਵਿੱਚ ਆਪਾਂ ਕੀ ਹੈ, ਕਿਹੜੇ ਪਰਸਨ ਨੂੰ ਇਨਕਲੂਡ ਕਰਦੇ ਹਾਂ ਕਿ ਜਿਹੜੇ ਪਰਸਨ ਨੇ ਕੀ ਕਰਨਾ, ਕਿਸੇ ਚੀਜ਼ ਦਾ ਕੰਸੀਡਰੇਸ਼ਨ ਹੈ ਪੇ ਕਰਨਾ। ਹੁਣ ਜੇ ਆਪਾਂ ਨੋਰਮਲ ਗੱਲ ਕਰਦੇ ਹਾਂ ਕਿ ਰੈਸੀਪੀਐਂਟ ਕੌਣ ਹੋਊਗਾ? ਜਿਹੜਾ ਗੁੱਡਸ ਦੀ ਸਪਲਾਈ ਨੂੰ ਰਿਸੀਵ ਕਰ ਰਿਹਾ ਅਤੇ ਉਸ ਦੇ ਬਦਲੇ ਜੋ ਪੇਮੈਂਟ ਹੈ ਉਹ ਉਸ ਨੂੰ ਕਰ ਰਿਹਾ ਹੈ। ਆਫਟਰ ਦੈਟ we discuss about section 217 of CGST Act. This act denotes the definition of business ਕਿ ਇੱਕ ਬਿਜ਼ਨਸ ਦੇ ਵਿੱਚ ਆਪਾਂ ਕੀ ਕੁਛ ਹੈ ਜੋ ਇਨਕਲੂਡ ਕਰ ਸਕਦੇ ਹਾਂ, ਜਿਵੇਂ ਟਰੇਡ ਹੋ ਗਿਆ, ਕਾਮਰਸ ਹੋ ਗਈ, ਮੈਨੂਫੈਕਚਰ ਹੋ ਗਿਆ, ਪ੍ਰੋਫੈਸ਼ਨ ਹੋ ਗਿਆ, ਕਿਉਂਕਿ ਜੋ ਪ੍ਰੋਫੈਸ਼ਨ ਹੈ ਉਸ ਟਰਮ ਨੂੰ ਵੀ ਆਪਾਂ ਕੀ ਹੈ ਇਸ ਬਿਜ਼ਨਸ ਦੀ ਟਰਮ ਦੇ ਅੰਡਰ ਹੀ ਡੀਲ ਕਰਦੇ ਹਾਂ। ਸੈਕਿੰਡ ਹੈ ਜੀ ਕੋਈ ਵੀ ਇੰਸੀਡੈਂਸ਼ੀਅਲ ਐਂਸੀਲਰੀ ਜਿਹੜੀ ਯੂਨਿਟ ਹੈ ਉਹ ਚੱਲ ਰਹੀ ਹੈ। ਐਂਸੀਲਰੀਜ਼ ਹੁੰਦੀਆਂ ਨੇ ਜੀ ਜਿਹੜੀਆਂ ਕਿਸੇ ਇੱਕ ਮੇਨ ਯੂਨਿਟ ਹੁੰਦੀ ਹੈ ਉਸ ਦੇ ਅੰਡਰ ਜਿਹੜੀਆਂ ਉਸਦੀਆਂ ਹੈਲਪਿੰਗ ਯੂਨਿਟਸ ਚੱਲ ਰਹੀਆਂ ਨੇਗੀਆਂ। ਅਤੇ ਇਸ ਤੋਂ ਇਲਾਵਾ ਇਸ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਕਿਸੇ ਕੰਪਨੀ ਦੇ ਵਿੱਚ ਕੋਈ ਪ੍ਰੋਡਕਟਸ ਨੇ ਜਿਹੜੇ ਬਣਾਏ ਜਾਂਦੇ ਨੇ, ਉਹ ਕੀ ਹੁੰਦਾ ਹੈ ਫੇਜ਼ਿਸ ਦੇ ਵਿੱਚ ਬਣਾਏ ਜਾਂਦੇ ਨੇ, ਹੈ ਨਾ। ਤਾਂ ਜਿਵੇਂ ਇੱਕ ਬ੍ਰਾਂਚ ਦੇ ਵਿੱਚ ਕੁਛ ਹੋਰ ਬਣ ਗਿਆ, ਦੂਸਰੇ 'ਚ ਕੁਛ ਹੋਰ ਬਣ ਗਿਆ, ਤਾਂ ਉਹ ਸਟੈਪ ਬਾਈ ਸਟੈਪ ਉਹ ਜਿਹੜੀਆਂ ਯੂਨਿਟਸ ਚੱਲਦੀਆਂ ਨੇ, ਬ੍ਰਾਂਚਿਸ ਚੱਲਦੀਆਂ ਨੇ, ਉਹਨਾਂ ਨੂੰ ਬੋਲਿਆ ਜਾਂਦਾ ਐਂਸੀਲਰੀਜ਼। ਅਤੇ ਇਸ ਤੋਂ ਇਲਾਵਾ ਕੀ ਹੈ ਕਿ ਜਦੋਂ ਆਪਾਂ ਇੱਕ ਬਿਜ਼ਨਸ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਆਪਾਂ ਕੀ ਕਰਦੇ ਹਾਂ ਕਿ ਜੋ ਗੁੱਡਸ ਅਤੇ ਸਰਵਿਸਿਜ਼ ਨੇਗੀਆਂ ਉਹਨਾਂ ਦਾ ਕੀ ਹੁੰਦਾ ਰਾਜੇ ਐਕਸਚੇਂਜ ਹੁੰਦਾ, ਠੀਕ ਹੈ, ਮਨੀ ਦੀ ਫੋਰਮ ਦੇ ਵਿੱਚ। ਕਿ ਜਦੋਂ ਕਿਸੇ ਵੀ ਇੱਕ ਇੱਕ ਪਰਸਨ ਹੈ ਦੂਸਰੇ ਪਰਸਨ ਨੂੰ ਕੋਈ ਗੁੱਡਸ ਹੈ ਜਿਹੜੀਆਂ ਟਰਾਂਸਫਰ ਕਰਦਾ ਹੈ ਤਾਂ ਉਹ ਵੀ ਪਰਸਨ ਉਸਦੇ ਕੰਸੀਡਰੇਸ਼ਨ ਦੇ ਵਿੱਚ ਕੀ ਕਰਦਾ ਉਸਨੂੰ ਮੋਨੀਟਰੀ ਫੋਰਮ ਦੇ ਵਿੱਚ ਕੋਈ ਪੇਮੈਂਟ ਹੈ ਜਿਹੜੀ ਉਹ ਕਰਦਾ। ਆਫਟਰ ਦੈਟ ਰਾਜੇ ਹੈ ਆਪਣੇ ਕੋਲ ਮੀਨਿੰਗ ਐਂਡ ਸਕੋਪ ਆਫ ਸਪਲਾਈ। ਤਾਂ ਜਦੋਂ ਆਪਾਂ ਸਪਲਾਈ ਦੇ ਵਿੱਚ ਇਨਕਲੂਡ ਕਰਦੇ ਹਾਂ ਤਾਂ ਕੋਈ ਵੀ ਰਾਜੇ ਸੇਲ ਹੋ ਗਈ, ਟਰਾਂਸਫਰ, ਬਾਰਟਰ, ਐਕਸਚੇਂਜ, ਲਾਇਸੈਂਸ, ਰੈਂਟਲ, ਲੀਜ਼ ਐਕਸੈਟਰਾ, ਦੀਜ਼ ਥਿੰਗਸ ਆਲ ਟਰੀਟਡ ਐਜ਼ ਸਪਲਾਈਜ਼। ਜਦੋਂ ਵੀ ਕਿਸੇ ਚੀਜ਼ ਦਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਟਰਾਂਸਫਰ ਹੁੰਦਾ ਤਾਂ ਉਸ ਚੀਜ਼ ਨੂੰ ਆਪਾਂ ਕੀ ਟਰਮ ਕਰਦੇ ਹਾਂ ਸਪਲਾਈ। ਅਤੇ ਉਸ ਤੋਂ ਬਾਅਦ ਆਉਂਦਾ ਕਿ ਕੁਛ ਐਕਟੀਵਿਟੀਜ਼ ਨੇ ਜਿਨ੍ਹਾਂ ਨੂੰ ਆਪਾਂ ਸਪਲਾਈ ਨਹੀਂ ਮੰਨਦੇ। ਤਾਂ ਇਹਨਾਂ ਦੇ ਵਿੱਚ ਕਿਹੜੀਆਂ ਐਕਟੀਵਿਟੀਜ਼ ਆਉਣਗੀਆਂ? ਪਹਿਲਾਂ ਤਾਂ ਉਹ ਐਕਟੀਵਿਟੀਜ਼ ਨੇ ਜਿਨ੍ਹਾਂ ਨੂੰ ਸ਼ੈਡਿਊਲ 3 ਦੇ ਵਿੱਚ ਰੱਖਿਆ ਗਿਆ, ਜਿਸ ਤਰ੍ਹਾਂ ਆਪਾਂ ਉੱਪਰ ਪਿੱਛੇ ਡਿਸਕਸ ਕੀਤਾ ਸੀਗਾ। ਅਤੇ ਸੈਕਿੰਡ ਇਸ ਦੇ ਵਿੱਚ ਕੀ ਆਊਗਾ ਕਿ ਜਦੋਂ ਵੀ ਕੋਈ ਵੀ ਟ੍ਰਾਂਜੈਕਸ਼ਨ ਹੈ ਸੈਂਟਰਲ ਗੌਰਮੈਂਟ ਦੁਆਰਾ ਉਸਨੂੰ ਨੈਗੇਟਿਵ ਲਿਸਟ ਦੇ ਵਿੱਚ ਪਾਇਆ ਜਾਂਦਾ। ਆਫਟਰ ਦੈਟ ਹੈ ਰਾਜੇ ਆਪਣੇ ਕੋਲ ਪੈਰਾਮੀਟਰਸ ਆਫ ਸਪਲਾਈ ਕਿ ਸਪਲਾਈ ਦੇ ਲਈ ਕਿਹੜੇ ਜੋ ਪੈਰਾਮੀਟਰਸ ਨੇ ਆਪਾਂ ਯੂਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸਪਲਾਈ ਕੀ ਹੈ ਜੀ ਕਿਸੇ ਗੁੱਡਸ ਜਾਂ ਸਰਵਿਸਿਜ਼ ਦੀ ਹੋਣੀ ਚਾਹੀਦੀ ਹੈ। ਸੈਕਿੰਡ ਕੀ ਹੈ ਸਪਲਾਈ ਦਾ ਕੋਈ ਨਾ ਕੋਈ ਕੰਸੀਡਰੇਸ਼ਨ ਹੈ ਜੋ ਹੋਣਾ ਚਾਹੀਦਾ ਹੈ। ਤਾਂ ਕੰਸੀਡਰੇਸ਼ਨ ਕੀ ਹੁੰਦਾ ਰਾਜੇ ਕਿ ਜਦੋਂ ਇੱਕ ਚੀਜ਼ ਦੀ ਕੋਈ ਵੀ ਚੀਜ਼ ਆਪਾਂ ਰਿਸੀਵ ਕਰ ਰਹੇ ਹਾਂ ਤਾਂ ਉਸ ਦੇ ਬਦਲੇ ਜਿਹੜੀ ਚੀਜ਼ ਆਪਾਂ ਕਿਸੇ ਸੈਕਿੰਡ ਪਰਸਨ ਨੂੰ ਦੇਣੀ ਹੈ। ਜਿਵੇਂ ਫੋਰ ਐਗਜ਼ਾਮਪਲ ਆਪਾਂ ਗੁੱਡਸ ਰਿਸੀਵ ਕਰ ਰਹੇ ਹਾਂ ਤਾਂ ਉਸ ਦੇ ਬਦਲੇ ਆਪਾਂ ਨੇ ਕੀ ਕਰਨਾ ਹੁੰਦਾ, ਕੋਈ ਮੋਨੀਟਰੀ ਫੋਰਮ ਦੇ ਵਿੱਚ ਪੇਮੈਂਟ ਕਰਨੀ ਹੈ ਜਾਂ ਕਿਸੇ ਵੀ ਹੋਰ ਫੋਰਮ ਦੇ ਵਿੱਚ ਕਿ ਉਸ ਪਰਸਨ ਨੂੰ ਆਪਣੀ ਚੀਜ਼ ਦਾ ਜਿਹੜਾ ਕੰਸੀਡਰੇਸ਼ਨ ਹੈ ਉਸਦਾ ਮੁੱਲ ਹੈ ਜਿਹੜਾ ਉਹ ਮਿਲ ਜੇ। ਥਰਡ ਹੈ ਜੀ ਕਹਿੰਦੇ ਸਪਲਾਈ ਕੀ ਹੈ ਬਿਜ਼ਨਸ ਨੂੰ ਫਰਦਰੈਂਸ ਲਈ ਕੀਤੀ ਜਾਣੀ ਚਾਹੀਦੀ ਹੈ, ਬਿਜ਼ਨਸ ਨੂੰ ਅੱਗੇ ਲਿਜਾਣ ਦੇ ਲਈ। ਫੋਰਥ ਹੈ ਸਪਲਾਈ ਕੀ ਹੈ ਇੱਕ ਟੈਕਸੇਬਲ ਪਰਸਨ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਅਤੇ ਸਪਲਾਈ ਕੀ ਹੈ ਇੱਕ ਟੈਕਸੇਬਲ ਸਪਲਾਈ ਹੈ ਜੋ ਉਹ ਹੋਣੀ ਚਾਹੀਦੀ ਹੈ। ਸੋ ਹੁਣ ਉਸ ਤੋਂ ਬਾਅਦ ਰਾਜੇ ਆਪਾਂ ਗੱਲ ਕਰਦੇ ਹਾਂ ਸ਼ਕੈਡਿਊਲਸ ਦੀ ਕਿ ਜੋ ਇਨਡਾਇਰੈਕਟ ਟੈਕਸ ਹੈ ਉਸ ਦੇ ਅੰਡਰ ਕਿਹੜੇ ਜਿਹੜੇ ਸ਼ਕੈਡਿਊਲਸ ਨੇ ਉਹਨਾਂ ਦੇ ਅੰਡਰ ਸਪਲਾਈ ਨੂੰ ਟਰੀਟ ਕੀਤਾ ਜਾਂਦਾ। ਸਭ ਤੋਂ ਪਹਿਲਾਂ ਸ਼ਕੈਡਿਊਲ ਜਿਸ ਬਾਰੇ ਆਪਾਂ ਪਿੱਛੇ ਗੱਲ ਕਰ ਚੁੱਕੇ ਹਾਂ ਕਿ ਐਕਟੀਵਿਟੀਜ਼ ਟੂ ਬੀ ਟਰੀਟਡ ਐਜ਼ ਸਪਲਾਈ ਵਨ ਇਫ ਮੇਡ ਵਿਦਆਊਟ ਕੰਸੀਡਰੇਸ਼ਨ ਕਿ ਜਦੋਂ ਤੁਹਾਨੂੰ ਕੋਈ ਵੀ ਕੰਸੀਡਰੇਸ਼ਨ ਨਹੀਂ ਪੇ ਕੀਤਾ ਜਾਂਦਾ ਬਟ ਕੋਈ ਨਾ ਕੋਈ ਐਕਟੀਵਿਟੀ ਹੋ ਰਹੀ ਹੈ, ਠੀਕ ਹੈ, ਤਾਂ ਉਹ ਐਕਟੀਵਿਟੀ ਨੂੰ ਤੁਸੀਂ ਕੀ ਹੈ ਇੱਕ ਸਪਲਾਈ ਹੀ ਕੰਸੀਡਰ ਕਰੋਗੇ। ਜਿਵੇਂ ਫੋਰ ਐਗਜ਼ਾਮਪਲ ਪਹਿਲਾਂ ਆ ਗਿਆ ਪਰਮਾਨੈਂਟ ਟਰਾਂਸਫਰ ਡਿਸਪੋਜ਼ਲ ਆਫ ਬਿਜ਼ਨਸ ਐਸੈਟਸ ਕਿ ਜਦੋਂ ਹੀ ਕੋਈ ਬਿਜ਼ਨਸ ਦੀਆਂ ਜਿਹੜੀਆਂ ਐਸੈਟਸ ਨੇ ਪਰਮਾਨੈਂਸੀ ਦੇ ਬੇਸ ਦੇ ਉੱਤੇ, ਠੀਕ ਹੈ, ਟਰਾਂਸਫਰ ਹੁੰਦੀਆਂ ਨੇ। ਜਿਵੇਂ ਆਪਾਂ ਇਹ ਲਗਾ ਲਓ ਕਿ ਕੋਈ ਕੰਪਨੀ ਸੀਗੀ ਉਸ ਦੀਆਂ ਜਿਹੜੀਆਂ ਕੁਛ ਐਸੈਟਸ ਸੀਗੀਆਂ, ਕੋਈ ਮਸ਼ੀਨਸ ਵਗੈਰਾ ਲਗਾ ਲਓ, ਕੋਈ ਪੀਸੀਜ਼ ਲਗਾ ਲਓ, ਕੰਪਿਊਟਰ ਲਗਾ ਲਓ, ਠੀਕ ਹੈ, ਉਹਨਾਂ ਨੇ ਕੀ ਕੀਤਾ ਕਿ ਜਦੋਂ ਨਵੇਂ ਇੰਸਟਾਲ ਕਰ ਲਏ ਤਾਂ ਜਿਹੜੀ ਚੀਜ਼ ਪੁਰਾਣੀ ਹੋ ਜਾਂਦੀ ਹੁੰਦੀ ਉਹਨੂੰ ਸੇਲ ਨਹੀਂ ਕਰਨਾ ਚਾਹੁੰਦੀ ਬਟ ਡੋਨੇਟ ਕਰ ਦਿੰਦੀ ਹੈ, ਠੀਕ ਹੈ, ਕਿ ਜਦੋਂ ਉਹਨਾਂ ਨੂੰ ਡੋਨੇਟ ਕਰ ਦਿੰਦੀ ਹੈ ਫॉर ਪਬਲਿਕ ਵੈਲਫੇਅਰ ਦੈਨ ਇਨ ਦਿਸ ਕੇਸ ਕੋਈ ਕੰਸੀਡਰੇਸ਼ਨ ਨਹੀਂ ਪੇ ਹੋ ਰਿਹਾ ਬਟ ਸਪਲਾਈ ਜ਼ਰੂਰ ਹੋਈ ਹੈ, ਠੀਕ ਹੈ। ਸੋ ਇਹ ਫਸਟ ਪੁਆਇੰਟ ਹੈ।
ਤੇ ਇਸ ਤੋਂ ਬਾਅਦ ਇਸ ਦਾ ਸੈਕਿੰਡ ਪੁਆਇੰਟ ਆਪਾਂ ਡੀਲ ਕਰਨ ਲੱਗੇ ਹਾਂ ਸਪਲਾਈ ਬਿਟਵੀਨ ਰਿਲੇਟਡ ਪਰਸਨ ਔਰ ਡਿਸਟਿੰਕਟ ਪਰਸਨਸ। ਤਾਂ ਰਿਲੇਟਡ ਪਰਸਨ ਕੀ ਹੁੰਦੇ ਨੇ ਰਾਜੇ ਕਿ ਜਿਹੜੇ ਪਰਸਨਸ ਦਾ ਕਿਸੇ ਨਾ ਕਿਸੇ ਵੇ ਦੇ ਨਾਲ ਇੱਕ ਦੂਸਰੇ ਦੇ ਨਾਲ ਕਨੈਕਸ਼ਨ ਹੈ, ਠੀਕ ਹੈ, ਚਾਹੇ ਉਹ ਫੈਮਿਲੀ ਦੇ ਰਿਲੇਟਡ ਲਗਾ ਲਓ ਜਾਂ ਜਿਵੇਂ ਵੀ ਲਗਾ ਲਓ। ਅਤੇ ਜਦੋਂ ਇਹਨਾਂ ਪਰਸਨਸ ਨੂੰ ਕੋਈ ਸਪਲਾਈ ਹੈ ਜੋ ਹੁੰਦੀ ਹੈ, ਡਿਸਟਿੰਕਟ ਪਰਸਨਸ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਜਾਣਦੇ ਨਹੀਂ, ਜਿਹੜੇ ਆਪਣੇ ਲਈ ਨਿਊ ਨੇ। ਤਾਂ ਹੁਣ ਇਹਨਾਂ ਕੇਸਿਸ, ਇਸ ਦੇ ਵਿੱਚ ਦੋ ਕੇਸਿਸ ਆਉਂਦੇ ਨੇ ਆਪਣੇ ਕੋਲ। ਪਹਿਲਾਂ ਆਉਂਦਾ ਸਟਾਕ ਟਰਾਂਸਫਰ ਔਰ ਬ੍ਰਾਂਚ ਟਰਾਂਸਫਰ। ਬ੍ਰਾਂਚ ਟਰਾਂਸਫਰ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ। ਬ੍ਰਾਂਚ ਟਰਾਂਸਫਰ ਹੈ ਜੋ ਹਮੇਸ਼ਾ ਕਿਸ ਦੇ ਵਿੱਚ ਹੋਣਾ ਹੈ, ਰਿਲੇਟਡ ਪਰਸਨਸ ਦੇ ਵਿੱਚ। ਸੈਕਿੰਡ ਹੈ ਗਿਫਟਸ ਟੂ ਇੰਪਲੋਈ ਬਾਏ ਇੰਪਲੋਇਰ। ਜੇਕਰ ਕੋਈ ਇੰਪਲੋਈ ਆਪਣੇ ਇੰਪਲੋਇਰ ਨੂੰ ਗਿਫਟ ਦਿੰਦਾ ਹੈ ਤਾਂ ਇਹ ਗਿਫਟ ਟੈਕਸ ਵਾਲਾ ਜੋ ਕਨਸੈਪਟ ਹੈ, ਆਪਾਂ ਪ੍ਰੀਵੀਅਸਲੀ ਇਨਕਮ ਟੈਕਸ ਦੇ ਵਿੱਚ ਵੀ ਇਸ ਚੀਜ਼ ਨੂੰ ਪੜ੍ਹ ਚੁੱਕੇ ਹਾਂ ਕਿ ਜਦੋਂ 50,000 ਤੋਂ ਕੋਈ ਅਮਾਊਂਟ ਐਕਸੀਡ ਹੁੰਦਾ ਤਾਂ ਉਸਨੂੰ ਆਪਾਂ ਗਿਫਟ ਟੈਕਸ ਦੇ ਸਫੇਅਰਸ ਦੇ ਅੰਡਰ ਲੈਂਦੇ ਹਾਂ। ਤਾਂ ਸੇਮ ਹੀ ਕੇਸ ਕੀ ਹੈ ਕਿ ਜਦੋਂ 50,000 ਤੋਂ ਐਕਸੀਡ ਕੋਈ ਇੰਪਲੋਇਰ ਆਪਣੇ ਇੰਪਲੋਈ ਨੂੰ ਕੋਈ ਗਿਫਟ ਦੀ ਤਰ੍ਹਾਂ ਪੇਮੈਂਟ ਕਰ ਰਿਹਾ ਹੈ ਤਾਂ ਉਸ ਪੇਮੈਂਟ ਦੇ ਉੱਤੇ ਉਹ ਕੀ ਕਰਨਾ ਹੈ, GST ਹੈ ਉਹ ਲੈਵੀ ਹੋਊਗਾ ਐਜ਼ ਏ ਸਰਵਿਸ ਦੀ ਤਰ੍ਹਾਂ। ਉਸ ਤੋਂ ਬਾਅਦ ਹੈ ਰਾਜੀ ਪ੍ਰਿੰਸੀਪਲ ਔਰ ਏਜੰਟ। ਕਿ ਅਗਰ ਕਿਸੇ ਪ੍ਰਿੰਸੀਪਲ ਦੁਆਰਾ, ਹੁਣ ਪ੍ਰਿੰਸੀਪਲ ਕੀ ਹੋਏਗਾ, ਪ੍ਰੋਡਿਊਸਰ ਹੋਏਗਾ, ਠੀਕ ਹੈ, ਜੋ ਉਸ ਚੀਜ਼ ਦਾ ਓਨਰ ਹੈ, ਉਸ ਪ੍ਰੋਡਕਟ ਦਾ ਓਨਰ ਹੈ। ਏਜੰਟ ਕੌਣ ਹੋਏਗਾ, ਜਿਹੜਾ ਉਸ ਪ੍ਰਿੰਸੀਪਲ ਦੇ ਬਿਹਾਫ ਦੇ ਉੱਤੇ ਸਪਲਾਈ ਕਰਦਾ ਅਤੇ ਸੇਲ ਕਰਦਾ ਹੈ। ਤਾਂ ਜਦੋਂ ਕੋਈ ਪ੍ਰਿੰਸੀਪਲ ਆਪਣੇ ਏਜੰਟ ਨੂੰ ਕੋਈ ਚੀਜ਼ ਟਰਾਂਸਫਰ ਕਰ ਰਿਹਾ ਹੈ ਵੀ ਤੂੰ ਅੱਗੇ ਸੇਲ ਕਰਨੀ ਹੈ, ਅਤੇ ਇਸ ਪਰਪਜ਼ ਦੇ ਲਈ ਵੀ ਜਦੋਂ ਉਹਦੇ ਕੋਲ ਚੀਜ਼ ਆਏਗੀ ਤਾਂ ਉਹਨੂੰ ਆਪਾਂ ਕੀ ਮੰਨਾਂਗੇ, ਸਪਲਾਈ ਮੰਨਾਂਗੇ। ਫੋਰਥ ਹੈ ਜੀ ਇੰਪੋਰਟੇਸ਼ਨ ਆਫ ਸਰਵਿਸਿਜ਼। ਅਤੇ ਹੁਣ ਇਸ ਦੇ ਵਿੱਚ ਕੀ ਹੈ ਕਿ ਜਦੋਂ ਕੋਈ ਵੀ ਸਰਵਿਸਿਜ਼ ਨੇ ਟੈਕਸੇਬਲ ਪਰਸਨ ਦੁਆਰਾ ਉਹਨਾਂ ਦਾ ਇੰਪੋਰਟ ਹੈ ਕਰਵਾਇਆ ਜਾਂਦਾ ਹੈ, ਠੀਕ ਹੈ, ਇੰਡੀਆ ਦੇ ਵਿੱਚ ਵਿਦਾਊਟ ਕੰਸੀਡਰੇਸ਼ਨ। ਤਾਂ ਹੁਣ ਇਸ ਦੇ ਵਿੱਚ ਆਪਾਂ ਕੀ ਕਹਿ ਦਿੰਦੇ ਹਾਂ ਰਾਜੇ ਕਿ ਜੇਕਰ ਆਪਾਂ ਗੱਲ ਕਰੀਏ ਕਿ ਜਿਹੜੀ ਇੰਪੋਰਟਿੰਗ ਦੀ ਅਥੋਰਿਟੀ ਹੈ ਉਹ ਕੋਈ ਵੀ ਜਿਹੜੀ ਉਸਦੇ ਵਿੱਚੋਂ ਫੀਸ ਹੈ ਸਪੈਸ਼ਲੀ ਚਾਰਜ ਨਹੀਂ ਕਰਦੀ, ਬਟ ਜਿਹੜੀਆਂ ਗੁੱਡਸ ਨੇ ਉਹ ਤਾਂ ਇੰਡੀਆ ਦੇ ਵਿੱਚ ਇੰਪੋਰਟ ਹੋਈਆਂ ਨੇ, ਤਾਂ ਇਸ ਕੇਸ ਦੇ ਵਿੱਚ ਵੀ ਉਸਨੂੰ ਕੀ ਹੈ, ਸਪਲਾਈ ਮੰਨਿਆ ਜਾਏਗਾ। ਆਫਟਰ ਦੈਟ ਆਪਾਂ ਡੀਲ ਕਰਨ ਲੱਗੇ ਹਾਂ ਸ਼ਕੈਡਿਊਲ 2 ਦੇ ਨਾਲ, ਐਕਟੀਵਿਟੀਜ਼ ਟੂ ਬੀ ਟਰੀਟਡ ਐਜ਼ ਸਪਲਾਈ। ਇਹ ਨੋਰਮਲ ਕੇਸ ਹੈ ਰਾਜੇ ਕਿ ਜਿਹੜੀ ਨੋਰਮਲ ਕੇਸਿਸ ਦੇ ਵਿੱਚ ਸਪਲਾਈ ਆਪਾਂ ਡੀਲ ਕਰਦੇ ਹਾਂ। ਤਾਂ ਇਸ ਦੇ ਵਿੱਚ ਜਿਵੇਂ ਟਰਾਂਸਫਰ ਆ ਜਾਂਦਾ ਹੈ, ਅਤੇ ਇਸ ਤੋਂ ਇਲਾਵਾ ਕੋਈ ਲੈਂਡ ਬਿਲਡਿੰਗ ਆ ਗਿਆ, ਜਿਵੇਂ ਕੋਈ ਲੀਜ਼ ਵਗੈਰਾ ਦੇ ਕੰਟਰੈਕਟ ਆ ਗਏ, ਠੀਕ ਹੈ, ਬਿਲਕੁਲ ਨੋਰਮਲ ਵੇ ਦੇ ਨਾਲ ਜਿਹੜੇ ਟਰਾਂਸਫਰਸ ਹੁੰਦੇ ਨੇ। ਟਰਾਂਸਫਰ ਔਰ ਪ੍ਰੋਸੈਸ, ਠੀਕ ਹੈ, ਕਿ ਜਦੋਂ ਇੱਕ ਪਰਸਨਸ ਦੀ ਜਿਹੜੀਆਂ ਗੁੱਡਸ ਨੇਗੀਆਂ ਉਹਨਾਂ ਦੀ ਪ੍ਰੋਸੈਸਿੰਗ ਦੇ ਲਈ ਦੂਸਰੇ ਪਰਸਨ ਨੂੰ ਕੀ ਕੀਤਾ ਜਾਂਦਾ, ਟਰਾਂਸਫਰ ਕੀਤਾ ਜਾਂਦਾ। ਤਾਂ ਇਹਨਾਂ ਸਾਰਿਆਂ ਨੂੰ ਆਪਾਂ ਸਪਲਾਈ ਔਰ ਗੁੱਡਸ ਔਰ ਸਪਲਾਈ ਆਫ ਸਰਵਿਸਿਜ਼ ਦੇ ਅੰਡਰ ਰੱਖਦੇ। ਜਿਵੇਂ ਕੋਈ ਇਮੂਵੇਬਲ ਪ੍ਰੋਪਰਟੀ ਹੋ ਗਈ, ਕੋਈ ਬਿਲਡਿੰਗ ਹੁੰਦੀ ਹੈ, ਹੈ ਨਾ, ਕੋਈ ਪ੍ਰੋਪਰਟੀ ਹੁੰਦੀ ਹੈ, ਉਸ ਦੀ ਜਿਹੜੀ ਸਪਲਾਈ ਹੈ ਅਗਰ ਉਹ ਹੁੰਦੀ ਹੈ, ਮਤਲਬ ਸੋਰੀ ਟਰਾਂਸਫਰ ਉਸਦਾ ਹੁੰਦਾ ਤਾਂ ਉਸਨੂੰ ਕੀ ਮੰਨਿਆ ਜਾਂਦਾ, ਸਪਲਾਈ ਆਫ ਗੁੱਡਸ। ਤਾਂ ਇਸ ਤਰ੍ਹਾਂ ਤੁਹਾਨੂੰ ਕੁਝ ਕੇਸ ਨੇ ਇਸ ਚੀਜ਼ ਦੇ ਦਿੱਤੇ ਹੋਏ ਨੇਗੇ। ਅਤੇ ਆਫਟਰ ਦੈਟ ਹੈ ਰਾਜੇ ਜਿਹੜਾ ਤੁਹਾਨੂੰ ਇਹ ਚੀਜ਼ਾਂ ਦਿੱਤੀਆਂ ਹੋਈਆਂ ਨੇ ਇਹ ਸਾਰਿਆਂ ਨੂੰ ਕਲੈਰੀਫਾਈ ਕਰਕੇ ਦਿੱਤਾ ਹੋਇਆ। ਆਫਟਰ ਦੈਟ ਰਾਜੇ ਆਪਾਂ ਗੱਲ ਕਰਨ ਲੱਗੇ ਹਾਂ ਸ਼ਕੈਡਿਊਲ 3 ਦੀ। ਨੈਗੇਟਿਵ ਲਿਸਟ ਹੈ ਜਿਹੜੀ ਆਪਣੀ GST ਦੇ ਅੰਡਰ ਆਉਂਦੀ ਹੈਗੀ। ਤਾਂ ਨੈਗੇਟਿਵ ਲਿਸਟ ਦੇ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ ਹੈ ਕਿ ਜਿਹੜੀਆਂ ਸਰਵਿਸਿਜ਼ ਨੇ ਇੱਕ ਇੰਪਲੋਈ ਆਪਣੇ ਇੰਪਲੋਇਰ ਨੂੰ ਦਿੰਦਾ ਹੈ। ਜਿਸ ਤਰ੍ਹਾਂ ਹੁਣ ਇੰਪਲੋਈਜ਼ ਨੇ ਜਿਹੜੇ ਉਹ ਆਪਣੇ ਇੰਪਲੋਇਰਸ ਦੇ ਅੰਡਰ ਵਰਕ ਕਰਦੇ ਨੇ, ਤਾਂ ਉਹਨੂੰ ਕੁਝ ਸਰਵਿਸਿਜ਼ ਨੇ ਉਹ ਪ੍ਰੋਵਾਈਡ ਕਰਦੇ ਨੇ, ਬਟ ਉਹਨਾਂ ਸਰਵਿਸਿਜ਼ ਦੇ ਰਿਲੇਟਡ ਉਹ ਸੈਲਰੀਜ਼ ਵਗੈਰਾ ਕੀ ਹੈ ਰਿਸੀਵ ਕਰਦੇ ਨੇ। ਸੋ ਇਹਨੂੰ ਆਪਾਂ ਕੀ ਹੈ, GST ਹੈ ਉਸ ਦੇ ਉੱਤੇ ਨਹੀਂ ਲਗਾ ਸਕਦੇ ਕਿ ਅਸੀਂ ਤੁਹਾਨੂੰ ਸਰਵਿਸ ਰੈਂਡਰ ਕੀਤੀ ਹੈ। ਤਾਂ ਕੋਈ ਵੀ ਇੰਪਲੋਈ ਆਪਣੇ ਇੰਪਲੋਇਰ ਨੂੰ ਇਹ ਨਹੀਂ ਕਹਿੰਦਾ ਹੁੰਦਾ ਕਿ ਤੁਸੀਂ ਮੈਨੂੰ ਮੇਰੀ ਸੈਲਰੀ ਦੇ ਨਾਲ GST ਲਗਾ ਕੇ ਦਿਓ, ਠੀਕ ਹੈ, ਕਿ ਸੈਲਰੀ ਇੰਕਰੀਜ਼ ਕਰਕੇ ਦਿਓ। ਸੈਕਿੰਡ ਹੈ ਸਰਵਿਸਿਜ਼ ਬਾਈ ਕੋਰਟ ਔਰ ਟ੍ਰਿਬਿਊਨਲ। ਅਗਰ ਕੋਈ ਕੋਰਟ ਜਾਂ ਟ੍ਰਿਬਿਊਨਲ ਦੀਆਂ ਸਰਵਿਸਿਜ਼ ਨੇ, ਫਿਊਨਰਲ ਬਿਊਰੀਅਲ ਕ੍ਰਿਮੀਨੇਸ਼ਨ, ਜਦੋਂ ਕੋਈ ਵੀ ਜੋ ਵੀ ਡੈਥ ਰਿਚੁਅਲਸ ਨੇਗੀਆਂ ਉਹਨਾਂ ਦੇ ਰਿਲੇਟਡ ਅਗਰ ਕੋਈ ਸਰਵਿਸਿਜ਼ ਨੇ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਤਾਂ ਉਹਨਾਂ ਦੇ ਉੱਤੇ ਵੀ GST ਨਹੀਂ ਲੱਗਦਾ। ਅਤੇ ਫੋਰਥ ਹੈ ਰਾਜੇ ਸੇਲ ਆਫ ਲੈਂਡ, ਕਿ ਜੇਕਰ ਕੋਈ ਲੈਂਡ ਦੀ ਜਾਂ ਬਿਲਡਿੰਗ ਦੀ ਸੇਲ ਹੁੰਦੀ ਹੈ ਤਾਂ ਇਸ ਕੇਸ ਦੇ ਵਿੱਚ ਵੀ ਇਸ ਨੂੰ ਕੀ ਰੱਖਿਆ ਗਿਆ, ਨੈਗੇਟਿਵ ਲਿਸਟ ਦੇ ਵਿੱਚ ਰੱਖਿਆ ਗਿਆ। ਆਫਟਰ ਦੈਟ ਹੈ ਰਾਜੇ ਟੈਕਸੇਬਿਲਟੀ ਔਨ ਕੰਪੋਜ਼ਿਟ ਐਂਡ ਮਿਕਸਡ ਸਪਲਾਈਜ਼। ਤਾਂ ਕੰਪੋਜ਼ਿਟ ਅਤੇ ਮਿਕਸਡ ਸਪਲਾਈ ਦਾ ਜੋ ਮੀਨਿੰਗ ਹੈ ਉਹ ਆਪਾਂ ਉੱਪਰ ਹੀ ਕਲੀਅਰ ਕਰ ਚੁੱਕੇ ਹੈਗੇ। ਤਾਂ ਜਿਹੜੀ ਟੈਕਸੇਬਿਲਟੀ ਹੋਊਗੀ ਉਹ ਦੋਵਾਂ ਦੇ ਕੇਸਿਸ ਦੇ ਵਿੱਚ ਥੋੜ੍ਹੀ ਜਿਹੀ ਅਲੱਗ ਹੁੰਦੀ ਹੈ, ਕਿਉਂਕਿ ਜਦੋਂ ਆਪਾਂ ਰਾਜੇ ਕੰਪੋਜ਼ਿਟ ਸਪਲਾਈ ਦੀ ਗੱਲ ਕਰਦੇ ਹਾਂ ਤਾਂ ਕੰਪੋਜ਼ਿਟ ਸਪਲਾਈ ਦੇ ਵਿੱਚ ਕੀ ਹੋਊਗਾ, ਇੱਕ ਪ੍ਰਿੰਸੀਪਲ ਸਪਲਾਈ ਹੋਊਗੀ ਅਤੇ ਨਾਲ ਉਸਦੇ ਐਡੀਸ਼ਨਲ ਸਪਲਾਈਜ਼ ਹੋਣਗੀਆਂ। ਤਾਂ ਟੈਕਸ ਕਿਹਦੇ ਉੱਤੇ ਲੱਗੂਗਾ, ਪ੍ਰਿੰਸੀਪਲ ਸਪਲਾਈ ਦੇ ਉੱਤੇ, ਕਿਉਂਕਿ ਜਿਹੜੀਆਂ ਐਡੀਸ਼ਨਲ ਸਪਲਾਈਜ਼ ਨੇ ਉਸ ਦੇ ਵਿੱਚ ਕੀ ਹੋ ਜਾਂਦੀਆਂ ਨੇ, ਪਲੱਸ ਹੋ ਜਾਂਦੀਆਂ ਨੇ।
ਤੇ ਜਦੋਂ ਤੁਸੀਂ ਮਿਕਸਡ ਸਪਲਾਈ ਦੀ ਗੱਲ ਕਰਦੇ ਹੋ, ਮਿਕਸਡ ਸਪਲਾਈ ਦੇ ਵਿੱਚ ਕੀ ਹੋਊਗਾ, ਅਲੱਗ-ਅਲੱਗ ਤਰ੍ਹਾਂ ਦੀਆਂ ਆਈਟਮਸ ਹੁੰਦੀਆਂ ਨੇਗੀਆਂ, ਠੀਕ ਹੈ। ਜਿਵੇਂ ਕੈਂਡੀਜ਼ ਵਗੈਰਾ ਲਗਾ ਲਓ, ਅਲੱਗ-ਅਲੱਗ ਫਲੇਵਰ ਦੀਆਂ ਜਾਂ ਜੋ ਵੀ ਲਗਾ ਲਓ, ਕਿਉਂਕਿ ਇਸ ਹਿਸਾਬ ਨਾਲ ਉਹਨਾਂ ਦੀ ਕੋਸਟ ਵੀ ਡਿਫਰ ਕਰਦੀ ਹੈ। ਅਤੇ ਜਦੋਂ ਆਪਾਂ ਮਿਕਸਡ ਸਪਲਾਈ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਸਭ ਤੋਂ ਹਾਇਰ ਜੋ ਕਿਸੇ ਚੀਜ਼ ਦੀ ਜਿਹੜੀ ਜੋ ਇੱਕ ਚੀਜ਼ਾਂ ਦਾ ਬੰਡਲ ਬਣਿਆ ਹੋਇਆ ਉਹਨਾਂ ਦੇ ਵਿੱਚੋਂ ਜੋ ਹਾਇਰ ਰੇਟ ਹੈ ਉਸ ਚੀਜ਼ ਨੂੰ ਪ੍ਰੈਫਰ ਕੀਤਾ ਜਾਂਦਾ ਅਤੇ ਉਸ ਦੇ ਹਿਸਾਬ ਦੇ ਨਾਲ ਜਿਹੜਾ GST ਹੈ ਉਹ ਲੈਵੀ ਕੀਤਾ ਜਾਂਦਾ ਹੈ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਜੋ ਤੁਹਾਡਾ ਅਗਲਾ ਟੋਪਿਕ ਹੈ ਇਸੇ ਚੀਜ਼ ਦੇ ਨਾਲ ਰਿਲੇਟ ਕਰਦਾ ਉਹ ਹੈ ਰਾਜੇ ਟਾਈਮ ਆਫ ਸਪਲਾਈ ਆਫ ਗੁੱਡਸ। ਕਿ ਜਿਵੇਂ ਹੁਣ ਗੁੱਡਸ ਨੇਗੀਆਂ, ਠੀਕ ਹੈ, ਉਹ ਸਪਲਾਈ ਕੀਤੀਆਂ ਜਾਂਦੀਆਂ ਨੇਗੀਆਂ ਤਾਂ ਆਪਾਂ ਹੁਣ ਇਹ ਮੰਨਦੇ ਹਾਂ ਕਿ ਜਿਹੜਾ GST ਹੈ ਹੁਣ ਇਹ ਇਨਕਮ ਟੈਕਸ ਦੀ ਤਰ੍ਹਾਂ ਸਾਲ ਬਾਅਦ ਤਾਂ ਲੱਗਦਾ ਨਹੀਂ, ਤਾਂ GST ਤੁਸੀਂ ਕੀ ਰਾਜੇ ਹਰ ਮੰਥ ਬਾਅਦ, ਹਰ 3 ਮੰਥਸ ਬਾਅਦ, ਠੀਕ ਹੈ, ਆਪਣਾ 6 ਮੰਥਸ ਬਾਅਦ ਅਤੇ ਸਾਲ ਬਾਅਦ ਤੁਸੀਂ ਆਪਣਾ GST ਜਿਵੇਂ ਚਾਹੋ ਭਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਰਾਜੇ ਇਸ ਦੇ ਵਿੱਚ ਕੀ ਹੈ ਕਿ ਟਾਈਮ ਨੂੰ ਵੀ ਦੇਖਿਆ ਜਾਂਦਾ ਹੈ ਕਿ ਗੁੱਡਸ ਦੀ ਸਪਲਾਈ ਦੀ ਟਾਈਮਿੰਗ ਕੀ ਹੈ, ਟਾਈਮ ਕੀ ਹੈ ਉਹਨਾਂ ਨੂੰ ਸਪਲਾਈ ਕਰਨ ਦਾ, ਤਾਂ ਕਿ ਆਪਾਂ ਕੁਛ ਅੱਗੇ ਡਿਸੀਜ਼ਨਸ ਨੇ ਜੋ GST ਦੇ ਰਿਗਾਰਡਿੰਗ ਲੈਣੇ ਹੁੰਦੇ ਨੇ। ਜਿਵੇਂ ਇਹ ਮੰਨ ਲਓ ਕਿ ਜੋ GST ਹੈ ਕਦੋਂ ਪੇਏਬਲ ਹੋਇਆ, ਕਦੋਂ ਗੁੱਡਸ ਦੀ ਸ਼ਿਪਮੈਂਟ ਹੈ, ਠੀਕ ਹੈ, ਕੀਤੀ ਗਈ ਹੈ, ਜਾਂ ਸਰਵਿਸਿਜ਼ ਕਦੋਂ ਪ੍ਰੋਵਾਈਡ ਕੀਤੀਆਂ ਗਈਆਂ ਨੇ, ਕਦੋਂ ਜਿਹੜਾ ਇਨਵੋਇਸ ਹੈ ਉਹ ਇਸ਼ੂ ਕੀਤਾ ਗਿਆ, ਜਾਂ ਫਿਰ ਗੁੱਡਸ ਨੇ ਹੈਗੀਆਂ ਇੱਕ ਪ੍ਰੋਵਾਈਡਡ ਟਾਈਮ ਪੀਰੀਅਡ ਦੇ ਵਿੱਚ ਆਈਆਂ ਨੇ ਕਿ ਨਹੀਂ ਆਈਆਂ। ਮਤਲਬ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਆਪਾਂ ਨੂੰ ਕੀ ਹੈ ਜੋ ਟਾਈਮ ਹੈ ਸਪਲਾਈ ਦਾ ਉਹ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਜਿਹੜਾ GST ਹੈ ਹੁਣ GST ਨੂੰ ਲਗਾਉਣ ਦਾ ਬੇਸਿਕ ਡੈਸਟੀਨੇਸ਼ਨ ਆਪਾਂ ਨੇ ਕੀ ਦਿੱਤਾ, ਸਪਲਾਈ ਹੈ, ਠੀਕ ਹੈ, ਕਿ ਜਦੋਂ ਕਿਸੇ ਗੁੱਡਸ ਦੀ ਸਪਲਾਈ ਹੋਊਗੀ ਤਾਂ ਉਸ ਕੇਸ ਦੇ ਵਿੱਚ GST ਹੈ ਉਹ ਲੱਗਦਾ। ਤਾਂ ਜਦੋਂ ਆਪਾਂ ਨੇ ਸਪਲਾਈ ਦੇ ਉੱਤੇ ਹੀ ਸਾਰਾ ਕੁਛ ਬੇਸਡ ਕਰਤਾ ਤਾਂ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਨੇ ਕਿ ਸਪਲਾਈ ਹੋਈ ਕਦੋਂ ਹੈ, ਠੀਕ ਹੈ। ਤਾਂ ਆਪਾਂ ਸਭ ਤੋਂ ਪਹਿਲੀ ਗੱਲ ਹੁਣ ਕੀ ਇਸ ਦੇ ਵਿੱਚ ਡਿਸਕਸ ਕਰਨ ਲੱਗੇ ਹੈਗੇ ਕਿ ਗੁੱਡਸ ਦੀ ਸਪਲਾਈ ਦਾ ਟਾਈਮਿੰਗ ਕੀ ਹੈ। ਤਾਂ ਸਭ ਤੋਂ ਪਹਿਲਾਂ ਇਹਦਾ ਕੇਸ ਆਉਂਦਾ ਰਾਜੇ ਸਪਲਾਈ ਆਫ ਗੁੱਡਸ ਅੰਡਰ ਫਾਰਵਰਡ ਚਾਰਜ। ਤਾਂ ਰਾਜੇ ਇਸ ਨੂੰ ਕਰਨ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਫਾਰਵਰਡ ਚਾਰਜ ਕੀ ਹੁੰਦਾ, ਠੀਕ ਹੈ। ਤਾਂ ਆਪਣੇ ਕੋਲ ਦੋ ਤਰ੍ਹਾਂ ਦੇ ਕਨਸੈਪਟ ਆਉਂਦੇ ਨੇ, ਇੱਕ ਹੁੰਦਾ ਰਿਵਰਸ ਚਾਰਜ ਦਾ ਮੈਕੈਨਿਜ਼ਮ, ਇੱਕ ਹੁੰਦਾ ਫਾਰਵਰਡ ਚਾਰਜ ਦਾ। ਤਾਂ ਰਿਵਰਸ ਚਾਰਜ ਦੇ ਵਿੱਚ ਕੀ ਹੁੰਦਾ ਰਾਜੇ ਕਿ ਜਦੋਂ ਤੁਸੀਂ ITC ਕਲੇਮ ਕਰਦੇ ਹੋ ਅਤੇ ਫਾਰਵਰਡ ਚਾਰਜ ਦੇ ਵਿੱਚ ਵਿਦਆਊਟ ITC ਜਦੋਂ ਕੋਈ ਬਿਜ਼ਨਸ ਹੈ ਤੁਹਾਡਾ ਵਰਕ ਕਰ ਰਿਹਾ। ਤਾਂ ਪਹਿਲੇ ਇਸ ਕੇਸ ਦੇ ਵਿੱਚ ਡੇਟ ਕਿਹੜੀ ਹੋ ਸਕਦੀ ਹੈ, ਡੇਟ ਆਫ ਇਸ਼ੂ ਆਫ ਟੈਕਸ ਇਨਵੋਇਸ ਔਰ ਲਾਸਟ ਡੇਟ ਵਿਚ ਹੈਵ ਬੀਨ ਇਸ਼ੂਡ, ਕਿ ਜਿਸ ਡੇਟ ਨੂੰ ਤੁਹਾਡਾ ਟੈਕਸ ਇਨਵੋਇਸ ਹੈ ਜਿਹੜਾ ਇਸ਼ੂ ਕੀਤਾ ਗਿਆ, ਜਾਂ ਫਿਰ ਉਹ ਡੇਟ ਜਿਸ ਦਿਨ ਕੋਈ ਪੇਮੈਂਟ ਹੈ ਜਿਹੜੀ ਉਹ ਕੀਤੀ ਗਈ ਹੈ। ਤਾਂ ਹੁਣ ਸੈਕਿੰਡ ਕੇਸ ਆਉਂਦਾ ਇਸ ਦੇ ਵਿੱਚ ਟਾਈਮ ਆਫ ਸਪਲਾਈ ਇਨ ਕੇਸ ਆਫ ਰਿਵਰਸ ਚਾਰਜ। ਰਿਵਰਸ ਚਾਰਜ ਕੀ ਹੋਊਗਾ, ਸੇਮ ਹੀ ਕੇਸ ਹੁੰਦੇ ਨੇ ਲਗਭਗ ਸਾਰਿਆਂ ਦੇ ਵਿੱਚ। ਜਿਵੇਂ ਰਿਵਰਸ ਚਾਰਜ ਦੇ ਵਿੱਚ ਕੀ ਹੈ ਕਿ ਗੁੱਡਸ ਕਦੋਂ ਰਿਸੀਵ ਹੋਈਆਂ ਨੇ ਤੁਹਾਨੂੰ, ਅਤੇ ਸੈਕਿੰਡ ਹੈ ਡੇਟ ਆਫ ਪੇਮੈਂਟ ਐਜ਼ ਐਂਟਰਡ ਇਨ ਬੁੱਕਸ ਆਫ ਅਕਾਊਂਟ, ਕਿ ਜਿਸ ਡੇਟ ਨੂੰ ਤੁਹਾਡੇ ਕੋਲ ਪੇਮੈਂਟ ਹੋਈ ਹੈ। ਤਾਂ ਇਸ ਤੋਂ ਇਲਾਵਾ ਰਾਜੇ ਇਸ ਦੇ ਵਿੱਚ ਕੀ ਹੁੰਦਾ ਕਿ ਜਦੋਂ ਤੁਹਾਨੂੰ ਇਨਵੋਇਸ ਹੈ ਜਿਹੜਾ ਇਸ਼ੂ ਹੋ ਜਾਂਦਾ ਤਾਂ ਵਿਦਿਨ 30 ਡੇਜ਼ ਤਾਂ ਤੁਸੀਂ ਕੀ ਕਰਦੇ ਹੋਗੇ, ਉਸ ਡੇਟ ਨੂੰ ਮੰਨਿਆ ਜਾਂਦਾ ਟਾਈਮ ਆਫ ਸਪਲਾਈ, ਠੀਕ ਹੈ, ਕਿ ਵਿਦਿਨ 30 ਡੇਜ਼ ਤੁਸੀਂ ਕੀ ਕਰਨਾ, ਕੋਈ ਸਪਲਾਈ ਹੈ ਜਿਹੜੀ ਉਹ ਕਰਨੀ ਹੁੰਦੀ ਹੈ, ਠੀਕ ਹੈ, ਕਿ ਜੇ ਅੱਜ ਕਿਸੇ ਚੀਜ਼ ਦਾ ਇਨਵੋਇਸ ਹੈ ਜਿਹੜਾ ਤੁਸੀਂ ਬਣਾ ਰਹੇ ਹੋ। ਥਰਡ ਕੇਸ ਆਉਂਦਾ ਰਾਜੇ ਟਾਈਮ ਆਫ ਸਪਲਾਈ ਇਨ ਕੇਸ ਆਫ ਵਾਊਚਰ ਐਕਸਚੇਂਜੇਬਲ ਫॉर ਗੁੱਡਸ। ਵਾਊਚਰ ਐਕਸਚੇਂਜੇਬਲ ਫॉर ਗੁੱਡਸ ਕੀ ਹੁੰਦਾ ਰਾਜੇ ਕਿ ਜਿਵੇਂ ਹੁਣ ਕਈ ਕੰਪਨੀਜ਼ ਦੇ ਵਿੱਚ ਕੁਛ ਪ੍ਰੋਵੀਜ਼ਨਸ ਹੁੰਦੀਆਂ ਨੇ ਆਪਣੇ ਇੰਪਲੋਈਜ਼ ਦੇ ਲਈ ਕਿ ਉਹਨਾਂ ਨੂੰ ਕੀ ਹੈ ਰਾਜੇ ਕੈਸ਼ ਵਾਊਚਰਸ ਦੇ ਦਿੰਦੇ ਨੇ, ਠੀਕ ਹੈ, ਕਿ ਉਹਨਾਂ ਦੇ ਕਿਸੇ ਵਧੀਆ ਕੰਮ ਦੇ ਬਦਲੇ ਐਜ਼ ਏ ਐਪਰੀਸੀਏਸ਼ਨ ਰਿਵਾਰਡ ਉਹਨਾਂ ਨੂੰ ਕੀ ਹੈ ਮੋਨੇਟਰੀ ਫਾਰਮ ਦੇ ਵਿੱਚ ਵਾਊਚਰਸ ਦਿੱਤੇ ਜਾਂਦੇ ਨੇ। ਜਿਸ ਤਰ੍ਹਾਂ ਲਗਾ ਲਓ 500 ਰੁਪਏ ਦਾ ਵਾਊਚਰ ਦਿੱਤਾ ਜੀ, 1000 ਦਾ ਦਿੱਤਾ ਜਾਂ ਜਿਵੇਂ ਵੀ ਕੰਪਨੀ ਦੀਆਂ ਆਪਣੀਆਂ ਜੋ ਰਿਕੁਆਇਰਮੈਂਟਸ ਹੁੰਦੀਆਂ ਨੇ ਉਹਨਾਂ ਦੇ ਅਕੋਰਡਿੰਗ। ਤਾਂ ਹੁਣ ਇਸ ਦੇ ਵਿੱਚ ਕੀ ਹੋਊਗਾ, ਵਾਊਚਰ ਐਕਸਚੇਂਜੇਬਲ ਫॉर ਗੁੱਡਸ ਦੇ ਅੰਡਰ ਕੇਸ ਦੇ ਅੰਡਰ ਕੀ ਹੈ ਕਿ ਤੁਸੀਂ ਉਹ ਵਾਊਚਰ ਹੈ ਜਿਹੜਾ ਜਦੋਂ ਐਕਸਚੇਂਜ ਕਰਦੇ ਹੋ, ਠੀਕ ਹੈ, ਅਤੇ ਗੁੱਡਸ ਨੇ ਕੁਛ ਵੀ ਖਰੀਦਦੇ ਹੋ ਤੁਸੀਂ ਉਹਨਾਂ ਪੈਸਿਆਂ ਦੇ ਨਾਲ ਜੋ ਤੁਹਾਨੂੰ ਵਾਊਚਰ ਮਿਲਿਆਗਾ, ਤਾਂ ਉਹ ਕੇਸ ਇੱਥੇ ਆਪਾਂ ਡੀਲ ਕਰਦੇ ਹਾਂ। ਅਤੇ ਇਸ ਕੇਸ ਦੇ ਵਿੱਚ ਲਾਸਟ ਡੇਟ ਕੀ ਹੋਊਗੀ ਰਾਜੇ, ਡੇਟ ਆਫ ਇਸ਼ੂ ਵਾਊਚਰ, ਜਿਸ ਡੇਟ ਨੂੰ ਤੁਹਾਨੂੰ ਵਾਊਚਰ ਇਸ਼ੂ ਕੀਤਾ ਗਿਆ, ਕਿਉਂਕਿ ਉਸ ਦੇ ਵਿੱਚ ਕੀ ਹੈ ਮੈਨਸ਼ਨਡ ਹੁੰਦਾ ਕਿ ਵਿਦਿਨ ਐਨੇ ਡੇਜ਼ ਤੁਸੀਂ ਕੀ ਹੈ ਆਪਣਾ ਜੋ ਵਾਊਚਰ ਹੈ ਉਸਦੀ ਕਲੀਅਰੈਂਸ ਕਰਵਾ ਲਓ ਜਾਂ ਆਪਣਾ ਜੋ ਵਾਊਚਰ ਉਸ ਨੂੰ ਯੂਜ਼ ਕਰਨਾ ਹੁੰਦਾ। ਸੈਕਿੰਡ ਹੈ ਜੀ ਡੇਟ ਆਫ ਰਿਡੈਂਪਸ਼ਨ। ਪਹਿਲਾ ਕੇਸ ਤਾਂ ਕੀ ਹੈ ਜਦੋਂ ਵਾਊਚਰ ਇਸ਼ੂ ਹੋ ਜਾਂਦਾ, ਦੂਸਰਾ ਕੀ ਹੈ ਜਦੋਂ ਤੁਸੀਂ ਉਹਦੀ ਰਿਡੈਂਪਸ਼ਨ ਕਰ ਲੈਂਦੇ ਹੋ, ਮਤਲਬ ਉਸ ਨੂੰ ਕੀ ਹੈ ਯੂਜ਼ ਹੈ ਜਿਹੜਾ ਤੁਸੀਂ ਕਰ ਲੈਂਦੇ ਹੋ। ਉਸ ਤੋਂ ਬਾਅਦ ਕੁਛ ਰੈਜ਼ੀਡਿਊਲ ਕੇਸ ਆਉਂਦੇ ਨੇ, ਜਦੋਂ ਇਹਦੇ ਵਿੱਚ ਆਪਾਂ ਸਿੱਧੀ ਜਿਹੀ ਡੀਲ ਕਰਦੇ ਹਾਂ ਰਾਜੇ ਕਿ ਜਦੋਂ ਆਪਾਂ ਕੀ ਹੈ ਉਸ
अपनी GST ਦੀ ਜਿਹੜੀ ਰਿਟਰਨ ਹੈ ਉਸਨੂੰ ਫਾਈਲ ਕਰਦੇ ਹਾਂ ਤਾਂ ਉੱਥੇ ਆਪਾਂ ਇਸ ਚੀਜ਼ ਨੂੰ ਡੀਲ ਕਰ ਸਕਦੇ ਹਾਂ। ਅਤੇ ਉਸ ਤੋਂ ਬਾਅਦ ਇਹ ਸਾਰਾ ਕੁਛ ਤੁਹਾਨੂੰ ਸਮਰੀ ਦੇ ਵਿੱਚ ਦਿੱਤਾ ਹੋਇਆ, ਜਿੰਨੇ ਵੀ ਆਪਾਂ 4 ਪੁਆਇੰਟ ਨੇ ਜਿਹੜੇ ਇੱਥੇ ਡਿਸਕਸ ਕੀਤੇ ਨੇ। ਅਤੇ ਉਸ ਤੋਂ ਬਾਅਦ ਸੈਕੰਡਲੀ ਆਪਾਂ ਗੱਲ ਕਰਨ ਲੱਗੇ ਹਾਂ ਟਾਈਮ ਆਫ ਸਪਲਾਈ ਆਫ ਸਰਵਿਸਿਜ਼। ਤਾਂ ਸਰਵਿਸਿਜ਼ ਦੇ ਵੀ ਬਿਲਕੁਲ ਸੇਮ ਕੇਸ ਹੋਣਗੇ ਰਾਜੇ, ਕਿ ਜਿਵੇਂ ਇਸ਼ੂ ਆਫ ਇਨਵੋਇਸ ਵਿਦ ਪ੍ਰੈਸਕ੍ਰਾਈਬ ਪੀਰੀਅਡ ਇਨ ਕੇਸ ਆਫ ਫਾਰਵਰਡ ਚਾਰਜ ਦੇ ਕੇਸ ਦੇ ਅੰਡਰ ਹੈ, ਕੁਛ ਪ੍ਰੈਸਕ੍ਰਾਈਬ ਪੀਰੀਅਡ ਦਿੱਤਾ ਹੋਇਆ। ਤਾਂ ਉਸ ਤੋਂ ਬਾਅਦ ਕੀ ਹੈ, ਤੁਹਾਨੂੰ ਡੇਟ ਦਿੱਤੀ ਹੋਈ ਹੈ ਕਿ ਜਿਸ ਡੇਟ ਨੂੰ ਕੋਈ ਟ੍ਰਾਂਜੈਕਸ਼ਨ ਹੈ ਜਿਹੜੀ ਟੇਕਸ ਪਲੇਸ ਹੁੰਦੀ ਹੈ, ਕੋਈ ਵਾਊਚਰ ਤੁਸੀਂ ਰਿਸੀਵ ਕਰਦੇ ਹੋ, ਕੋਈ ਗੁੱਡਸ ਤੁਸੀਂ ਰਿਸੀਵ ਕਰ ਰਹੇ ਹੋ, ਜਾਂ ਫਿਰ ਗੁੱਡਸ ਦਾ ਟਰਾਂਸਫਰ ਹੈ ਜਿਹੜਾ ਉਹ ਹੋ ਰਿਹਾ, ਤਾਂ ਉਹਨਾਂ ਕੇਸਿਸ ਦੇ ਵਿੱਚ ਆਪਾਂ ਗੁੱਡਸ ਦਾ ਜੋ ਸਪਲਾਈ ਉਹ ਮੰਨ ਲੈਂਦੇ ਹਾਂ। ਅਤੇ ਸਰਵਿਸਿਜ਼ ਦੀ ਸਪਲਾਈ ਕਦੋਂ ਮੰਨੀ ਜਾਂਦੀ ਹੈ ਕਿ ਜਦੋਂ ਜਿਹੜੀਆਂ ਸਰਵਿਸਿਜ਼ ਨੇ ਤੁਹਾਡੇ ਤੱਕ ਅਵੇਲ ਹੋ ਜਾਂਦੀਆਂ ਨੇ, ਤੁਹਾਡੇ ਤੱਕ ਪਹੁੰਚ ਜਾਂਦੀਆਂ ਨੇਗੀਆਂ। ਅਤੇ ਇਸ ਤੋਂ ਇਲਾਵਾ ਕੀ ਹੁੰਦਾ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਰਾਜੇ ਇਹਨਾਂ ਦੇ ਟਾਈਮ ਪੀਰੀਅਡ ਦੀ, ਜਿਵੇਂ ਹੁਣ ਆਪਾਂ ਕੋਈ ਪੇਮੈਂਟ ਵਗੈਰਾ ਕਰ ਦਿੰਦੇ ਹਾਂ ਤਾਂ ਉਦੋਂ ਆਪਾਂ ਇਹ ਮੰਨਿਆ ਜਾਂਦਾ ਕਿ ਸਰਵਿਸਿਜ਼ ਆਪਣੇ ਕੋਲ ਪਹੁੰਚ ਗਈਆਂ। ਤਾਂ ਹੁਣ ਪੇਮੈਂਟ ਕਰਨ ਦੇ ਵੀ ਆਪਣੇ ਕੋਲ 2 ਵੇਜ਼ ਹੁੰਦੇ ਨੇ। ਕਈ ਵਾਰ ਕੀ ਨੇ, ਤੁਸੀਂ ਪਹਿਲਾਂ ਪੇਮੈਂਟ ਕਰ ਦਿੰਦੇ ਹੋ, ਪ੍ਰੀ ਪੇਮੈਂਟਸ ਹੁੰਦੀਆਂ ਨੇ ਜਿਹੜੀਆਂ ਆਪਣੀਆਂ, ਠੀਕ ਹੈ। ਜਿਵੇਂ ਹੁਣ ਆਪਾਂ ਫੋਨ ਦੇ ਰਿਚਾਰਜ ਦੀ ਹੋ ਗਈ, ਉਹ ਆਪਣੇ 2 ਤਰ੍ਹਾਂ ਦਾ ਹੁੰਦਾ ਨਾ, ਪ੍ਰੀਪੇਡ ਹੋ ਗਿਆ ਅਤੇ ਪੋਸਟਪੇਡ। ਇਸੇ ਤਰ੍ਹਾਂ ਹੁਣ ਜਦੋਂ ਆਪਾਂ ਸਰਵਿਸਿਜ਼ ਦੀ ਗੱਲ ਕਰਦੇ ਹਾਂ ਤਾਂ ਇਸੇ ਤਰ੍ਹਾਂ ਹੁੰਦਾ ਰਾਜੇ ਕਿ ਮੋਸਟਲੀ ਜਿਹੜੀਆਂ ਆਪਣੀਆਂ ਸਰਵਿਸਿਜ਼ ਦਾ ਅਮਾਊਂਟ ਹੁੰਦਾ ਪ੍ਰੀਪੇਡ, ਠੀਕ ਹੈ। ਆਪਾਂ ਪਹਿਲਾਂ ਅਮਾਊਂਟ ਪੇ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਸਰਵਿਸ ਨੂੰ ਇੰਜੋਏ ਕਰਦੇ ਹਾਂ। ਬਟ ਕੁਛ ਕੇਸਿਸ ਦੇ ਵਿੱਚ ਇਹ ਪੋਸਟਪੇਡ ਵੀ ਹੁੰਦਾ ਕਿ ਪਹਿਲਾਂ ਸਰਵਿਸ ਇੰਜੋਏ ਕੀਤੀ ਹੈ ਤੁਸੀਂ, ਉਸ ਤੋਂ ਬਾਅਦ ਤੁਸੀਂ ਉਸਦੀ ਪੇਮੈਂਟ ਕਰ ਰਹੇ ਹੋ। ਤਾਂ ਜੋ GST ਦੇ ਅੰਡਰ ਕੀ ਹੋਊਗਾ ਕਿ ਜਿਹੜੀਆਂ ਸਪਲਾਈ ਆਫ ਸਰਵਿਸਿਜ਼ ਕਦੋਂ ਮੰਨਿਆ ਜਾਊਗਾ ਕਿ ਕੁਛ ਜਿਹੜੇ ਕੇਸਿਸ ਨੇ ਉਹ ਪੇਮੈਂਟ ਦੇ ਬਿਹਾਫ ਦੇ ਉੱਤੇ ਲਏ ਜਾਂਦੇ ਨੇ, ਅਤੇ ਕੁਛ ਕੇਸਿਸ ਨੇ ਕਿ ਜਦੋਂ ਕੋਈ ਸਰਵਿਸ ਹੈ ਜਿਹੜੀ ਤੁਹਾਨੂੰ ਅਵੇਲ ਹੋ ਜਾਂਦੀ ਹੈ, ਮਿਲ ਜਾਂਦੀ ਹੈ। ਅਤੇ ਜੋ ਆਲ ਪੁਆਇੰਟਸ ਆਰ ਡੀਲਿੰਗ ਵਿਦ ਦ ਸੇਮ ਥਿੰਗ, ਕਿ ਜਿਵੇਂ ਰਿਵਰਸ ਚਾਰਜ ਦੇ ਬੇਸਿਸ ਦੇ ਉੱਤੇ। ਹੁਣ ਉਹਦੇ 'ਚ ਆਪਾਂ ਨੇ ਕੀ ਕੀਤਾ ਸੀਗਾ ਕਿ ਜਦੋਂ ਗੁੱਡਸ ਦੀ ਸਪਲਾਈ ਹੁੰਦੀ ਹੈ ਤਾਂ ਉਦੋਂ ਆਪਾਂ 30 ਡੇਜ਼ ਦਾ ਪੀਰੀਅਡ ਦਿੰਦੇ ਹਾਂ, ਬਟ ਜਦੋਂ ਸਰਵਿਸ ਦਾ ਕੇਸ ਹੁੰਦਾ ਤਾਂ ਉਦੋਂ 2 ਮੰਥਸ ਦਾ ਪੀਰੀਅਡ ਹੈ ਜਿਹੜਾ ਉਹ ਦਿੱਤਾ ਜਾਂਦਾ, ਮਤਲਬ 60 ਡੇਜ਼ ਦਾ। ਆਫਟਰ ਦੈਟ ਆਰ ਜੇ ਟਾਈਮ ਆਫ ਸਪਲਾਈ ਟੂ ਦ ਐਕਸਟੈਂਟ ਰਿਲੇਟਸ ਟੂ ਐਡੀਸ਼ਨ ਟੂ ਦ ਵੈਲਿਊ ਆਫ ਸਪਲਾਈ। ਅਤੇ ਇਸ ਤੋਂ ਇਲਾਵਾ ਕੀ ਹੈ ਜੇ ਜੇਕਰ ਤੁਸੀਂ ਸਪਲਾਈ ਦੀ ਵੈਲਿਊ ਦੇ ਵਿੱਚ ਕੋਈ ਐਡੀਸ਼ਨ ਕਰ ਰਹੇ ਹੋ ਤਾਂ ਉਹ ਪੀਰੀਅਡ ਵੀ ਕੰਸੀਡਰ ਕੀਤਾ ਜਾਊਗਾ। ਜਿਵੇਂ ਫੋਰ ਐਗਜ਼ਾਮਪਲ ਇਹ ਲਗਾ ਲਓ ਕਿ ਆਪਾਂ ਕੋਈ ਚੀਜ਼ ਹੈ ਉਹ ਇਨਪੁਟ ਐਜ਼ ਏ ਇਨਪੁਟ ਆਪਾਂ ਯੂਜ਼ ਕਰ ਰਹੇ ਹਾਂ ਉਹਨੂੰ ਆਪਣੇ ਬਿਜ਼ਨਸ ਦੇ ਵਿੱਚ, ਐਜ਼ ਏ ਰੋ ਮਟੀਰੀਅਲ ਲਗਾ ਲਓ, ਤਾਂ ਉਹ ਆਪਣੇ ਤੱਕ ਤਾਂ ਅੱਜ ਸਪਲਾਈ ਹੋਈ ਮੰਨੀ ਜਾਊਗੀ। ਉਸ ਤੋਂ ਬਾਅਦ ਆਪਾਂ ਕੀ ਕੀਤਾ ਰਾਜੇ, ਉਸ ਦਾ ਵੈਲਿਊ ਐਡੀਸ਼ਨ ਕੀਤਾ, ਉਸ ਦੇ ਵਿੱਚ ਕੁਛ ਚੇਂਜਿਸ ਨੇ ਉਹ ਕੀਤੀਆਂ, ਉਹਦੀ ਕੋਈ ਪੈਕੇਜਿੰਗ ਵਗੈਰਾ ਦੇ ਉੱਤੇ ਤੁਸੀਂ ਕੋਈ ਖਰਚਾ ਕੀਤਾ ਹੈ, ਤਾਂ ਉਸ ਚੀਜ਼ ਤੋਂ ਬਾਅਦ, ਠੀਕ ਹੈ, ਸਾਰਾ ਕੁਛ ਕਰਨ ਤੋਂ ਬਾਅਦ ਜਦੋਂ ਤੁਸੀਂ ਫਾਈਨਲੀ ਉਹਨੂੰ ਸੇਲ ਕਰਦੇ ਹੋ ਤਾਂ ਉਸ ਕੇਸ ਦੇ ਵਿੱਚ ਕੀ ਹੋਊਗਾ ਰਾਜੇ, ਜਿਹੜੀ ਤੁਹਾਡੀ ਟਾਈਮ ਆਫ ਸਪਲਾਈ ਆ ਉਹ ਮੰਨਿਆ ਜਾਊਗਾ ਜਦੋਂ ਤੁਸੀਂ ਉਹਦੀ ਫਾਈਨਲੀ ਸੇਲ ਹੈ ਜਾਂ ਫਾਈਨਲੀ ਸਪਲਾਈ ਹੈ ਉਹ ਕਰ ਰਹੇ ਹੋ। ਅਤੇ ਉਸ ਤੋਂ ਬਾਅਦ ਆ ਗਿਆ ਰਾਜੇ ਚੇਂਜ ਇਨ ਰੇਟ ਆਫ ਟੈਕਸ ਇਨ ਰਿਸਪੈਕਟ ਆਫ ਗੁੱਡਸ ਔਰ ਸਰਵਿਸਿਜ਼। ਤਾਂ ਇਹ ਜੋ ਟੋਪਿਕ ਹੈ ਤੁਹਾਨੂੰ ਕਰਨ ਦੀ ਲੋੜ ਨਹੀਂ, ਠੀਕ ਹੈ। ਜੋ ਟਾਈਮ ਆਫ ਸਪਲਾਈ ਵਾਲਾ ਹੈ ਉਹ ਆਪਾਂ ਨੇ ਸਿਰਫ ਇੱਥੇ ਤੱਕ ਹੀ ਕਰਨਾ ਹੈ। ਅਤੇ ਉਸ ਤੋਂ ਬਾਅਦ ਹੈ ਰਾਜੇ ਬਸ ਅੱਗੇ ਤੁਹਾਨੂੰ ਇਸ ਚੈਪਟਰ ਦੇ ਵਿੱਚ ਹੋਰ ਕੁਛ ਨਹੀਂ ਕਰਨਾ ਹੈ, ਜਸਟ ਤੁਸੀਂ ਦੇਖਣਾ ਹੈ ਟਾਈਮ ਆਫ ਗੁੱਡਸ, ਅਤੇ ਗੁੱਡਸ ਦੀ ਸਪਲਾਈ ਦੇ ਲਈ ਟਾਈਮਿੰਗ ਕੀ ਹੈ ਅਤੇ ਸਰਵਿਸਿਜ਼ ਦੀ ਸਪਲਾਈ ਦੇ ਲਈ ਟਾਈਮਿੰਗ ਹੈ ਜਿਹੜੀ ਉਹ ਕੀ ਹੈ, ਠੀਕ ਹੈ। ਐਂਡ ਅਪ ਟੂ ਦਿਸ ਪੁਆਇੰਟ ਜੋ ਆਪਣਾ GST ਦੇ ਅੰਡਰ ਸਪਲਾਈ ਦੀ ਟਾਈਮਿੰਗ ਅਤੇ ਸਪਲਾਈ ਦਾ ਮੀਨਿੰਗ ਸਕੋਪ ਵਗੈਰਾ ਉਹ ਹੋ ਚੁੱਕਿਆ। ਐਂਡ ਇਨ ਆਰ ਨੈਕਸਟ ਲੈਕਚਰ ਵੀ ਵਿਲ ਡਿਸਕਸ ਅਬਾਊਟ ਕਿ ਜੋ ਸਪਲਾਈ ਹੈ ਉਸਨੂੰ ਤੁਸੀਂ ਵੈਲਿਊਏਸ਼ਨ ਉਸਦੀ ਕਿਵੇਂ ਕਰਦੇ ਹੋ, ਕਿ ਜਿਵੇਂ ਉਸਦੀ ਟ੍ਰਾਂਜੈਕਸ਼ਨ ਵੈਲਿਊ ਹੈ ਜਾਂ ਉਸਦੀ ਪਰਚੇਜ਼ ਵੈਲਿਊ, ਕਿ ਕਿਸ ਬਿਹਾਫ ਦੇ ਉੱਤੇ ਆਪਾਂ ਅੱਗੇ ਸਪਲਾਈ ਨੂੰ ਡੀਲਿੰਗ ਕਰਦੇ ਹਾਂ, ਠੀਕ ਹੈ ਜੀ। ਅਤੇ ਇਹ ਆਪਾਂ ਅਗਲੇ ਲੈਕਚਰ ਦੇ ਵਿੱਚ ਹੈ ਜੋ ਉਹ ਕੰਟੀਨਿਊ ਕਰਾਂਗੇ। ਥੈਂਕ ਯੂ।